हाँ जी, स्वागत है सारे इस लैक्चर ਦੇ ਵਿੱਚ। इस लैक्चर ਦੇ ਵਿੱਚ एक्सरसाइज 1.4 ਸੋਲਵ ਕਰਾਂਗੇ ਆਪਾਂ 7th ਕਲਾਸ ਦੀ एक्सरसाइज 1.4। ਤਾਂ ਦੇਖੋ क्वेश्चन नंबर फर्स्ट ਕੀ ਹੈ ਆਪਣੇ ਕੋਲ, ਇਵੈਲੂਏਟ ਈਚ ਆਫ ਦਾ ਫੋਲੋਇੰਗ। ਇਹਨਾਂ ਨੂੰ ਆਪਾਂ ਪਤਾ ਕਰਨਾ ਇਹਦਾ ਮੁੱਲ ਕਿੰਨਾ ਆਊਗਾ, ਇਵੈਲੂਏਟ ਕਰਨਾ। ਸਭ ਤੋਂ ਪਹਿਲਾਂ ਕੀ ਹੈ, -30 ਨੂੰ ਆਪਾਂ ਨੇ ਡਿਵਾਈਡ ਕਰਨਾ ਹੈਗਾ 10 ਦੇ ਨਾਲ। ਤਾਂ ਸਿੰਪਲ ਡਿਵਾਈਡ ਕਰ ਦਾਂਗੇ, 0 ਨਾਲ 0 ਕੱਟ ਜੂਗੀ, ਕਿੰਨਾ ਆ ਜਾਊਗਾ -3। ए पार्ट हो गया जी अपना। अगे बी पार्ट 50 ਨੂੰ ਆਪਾਂ ਡਿਵਾਈਡ ਕਰਨਾ ਹੈ -5 ਨਾਲ। ਤਾਂ 5 ਦੇ 2 ਕੱਟ ਜਾਣਗੇ, 5 × 5 5 5 10 50। ਠੀਕ ਹੈ ਜੀ। ਤਾਂ ਕਿੰਨਾ ਆ ਜਾਊਗਾ 10/-1। ਇਹਨੂੰ ਆਪਾਂ -10/1 ਵੀ ਲਿਖ ਸਕਦੇ ਹਾਂ, ਤੇ ਇਹ ਕੀ ਬਣ ਜਾਊਗਾ -10 ਹੀ ਰਹਿ ਜਾਊਗਾ। ਅੱਗੇ ਦੇਖੋ ਜੀ ਸੀ ਪਾਰਟ ਦੇ ਵਿੱਚ ਕੀ ਹੈ, -36 ਨੂੰ ਡਿਵਾਈਡ ਕਰਨਾ ਹੈ -9 ਨਾਲ। ਤਾਂ ਮਾਈਨਸ ਨਾਲ ਮਾਈਨਸ ਪੋਜ਼ਿਟਿਵ ਬਣ ਜੂਗੀ ਚੀਜ਼। ਤਾਂ 36/9 ਕਿੰਨਾ ਬਣ ਜੂਗਾ 4। ਤਾਂ ਇਹਦਾ ਆਨਸਰ ਕਿੰਨਾ ਆ ਜਾਊਗਾ +4। ਉਦੋਂ ਬਾਅਦ ਡੀ ਪਾਰਟ -49 ਨੂੰ ਆਪਾਂ 49 ਤੇ ਕੀ ਕਰਨਾ ਹੈ, ਡਿਵਾਈਡ ਕਰਨਾ ਹੈਗਾ। ਤਾਂ 49 ਦੋਨੋਂ ਕੱਟ ਜਾਣਗੇ, ਕਿੰਨਾ ਆ ਜਾਊਗਾ -1/1, मतलब कि -1। ਅੱਗੇ ਈ ਪਾਰਟ ਦੇ ਵਿੱਚ ਕੀ ਆ ਆਪਣੇ ਕੋਲ, 13 ਨੂੰ ਡਿਵਾਈਡ ਕਰਨਾ ਆਪਾਂ ਨੇ ਕਿਹਦੇ ਨਾਲ, 13 ਨੂੰ ਡਿਵਾਈਡ ਕਰਨਾ ਆਪਾਂ ਨੇ -2 + 1 ਇਸ ਚੀਜ਼ ਨਾਲ। ਤਾਂ ਹੁਣੇ ਬਣ ਜੂਗਾ 13 ਨੂੰ ਡਿਵਾਈਡ ਕਰਨਾ ਆਪਾਂ ਨੇ -2 + 1, ਇਹ ਬਣ ਜੂਗਾ -1। 13 ਨੂੰ -1 ਨਾਲ ਡਿਵਾਈਡ ਕਰਨਾ ਆਪਾਂ ਨੇ, ਤਾਂ 13 ਹੀ ਆ ਜਾਊਗਾ -10। ਠੀਕ ਹੈ ਜੀ। -13/1 ਲਿਖ ਲਓ, ਚਾਹੇ -13 ਲਿਖ ਲਓ, ਇਸ ਤਰੀਕੇ ਨਾਲ ਆਪਣਾ ਹੋ ਜਾਊਗਾ। ਅੱਗੇ ਐਫ ਪਾਰਟ 0 ਨੂੰ ਡਿਵਾਈਡ ਕਰਨਾ ਹੈ -12 ਨਾਲ। ਹੁਣ 0 ਨੂੰ ਜਿਹਦੇ ਨਾਲ ਮਰਜ਼ੀ ਡਿਵਾਈਡ ਕਰ ਦਿਓ, ਕੀ ਆਨਸਰ ਆ ਜਾਊਗਾ 0। ਅੱਗੇ ਜੀ ਪਾਰਟ -31 ਨੂੰ ਡਿਵਾਈਡ ਕਰਨਾ ਆਪਾਂ ਨੇ -30, ਉਰੇ ਪਲੱਸ ਆਊਗਾ, +-1 ਨਾਲ। ਠੀਕ ਹੈ ਜੀ। ਇਹਨੂੰ ਉਰੇ ਗਲਤੀ ਸੀ, ਆਪਾਂ ਠੀਕ ਕਰ ਲਈ। ਹਾਂਜੀ ਦੇਖੋ ਜੀ ਪਾਰਟ ਕਿਵੇਂ ਸੋਲਵ ਹੋਊਗਾ, ਹੁਣ ਇੱਥੇ ਆਪਾਂ ਲਿਖਾਂਗੇ, ਉਰੇ ਪਲੱਸ ਆਊਗਾ, ਇਹਨੂੰ ਲਿਖਾਂਗੇ -31 ਨੂੰ ਆਪਾਂ ਡਿਵਾਈਡ ਕਰ ਰਹੇ ਹਾਂ, ਕਿਹਦੇ ਨਾਲ ਆਪਾਂ ਕਰ ਰਹੇ ਹਾਂ, ਬ੍ਰੈਕਟ ਦੇ ਵਿੱਚ -30 + -1 -31 ਨੂੰ ਡਿਵਾਈਡ ਕਰ ਰਹੇ ਹਾਂ -30 + ਦਾ -1। ਹੁਣ ਦੇਖੋ ਬ੍ਰੈਕਟ ਦੇ ਮੂਹਰੇ ਕੀ ਹੈਗਾ, ਉਰੇ ਪਲੱਸ ਹੈ, ਤਾਂ -1 ਐਵੇਂ ਓਪਨ ਆ ਜਾਊਗਾ। ਤਾਂ -31 ਨੂੰ ਡਿਵਾਈਡ ਕਰਨਾ ਹੈ -30 - 1, ਇਹ ਵੀ -31 ਬਣ ਜਾਊਗਾ। -31 ਨਾਲ ਡਿਵਾਈਡ ਕਰਨਾ ਹੈਗਾ, -31 ਨੂੰ -31 ਨਾਲ, ਤਾਂ ਇਹ ਕੱਟ ਕੇ ਆ ਜਾਊਗਾ 1। ਤਾਂ ਇਹਦਾ ਆਨਸਰ ਆ ਜਾਊਗਾ 1। ਠੀਕ ਹੈ ਜੀ। ਆ ਇਹਦਾ ਸੋਲੂਸ਼ਨ ਹੈ, ਤੁਸੀਂ ਇਹਨੂੰ ਸੋਲੂਸ਼ਨ ਦੇਖ ਸਕਦੇ ਹੋ, ਕਾਪੀ 'ਤੇ ਲਿਖ ਸਕਦੇ ਹੋਗੇ। ਅੱਗੇ ਦੇਖੋ ਜੀ ਐਚ ਪਾਰਟ ਦੇ ਵਿੱਚ ਕੀ ਆ ਆਪਣੇ ਕੋਲੇ, -36 ਨੂੰ ਡਿਵਾਈਡ ਕਰਨਾ ਹੈ 12 ਨਾਲ, ਫਿਰ ਇਹਨੂੰ ਡਿਵਾਈਡ ਕਰਨਾ ਆਪਾਂ ਨੇ 3 ਨਾਲ। ਇੱਕ ਵਾਰ ਦੁਬਾਰਾ ਸਮਝਦੇ ਆਪਾਂ ਇਹਨੂੰ। ਪਹਿਲਾਂ ਕੀ ਲਿਖਿਆ ਹੋਇਆ, -36 ਡਿਵਾਈਡ 12 ਬ੍ਰੈਕਟ ਡਿਵਾਈਡ 3। ਹੁਣ ਦੇਖੋ ਪਹਿਲਾਂ ਬ੍ਰੈਕਟ ਸੋਲਵ ਹੋਊ ਆਵਲੀ, ਤਾਂ ਕੀ ਬਣ ਜੂ, -36 ਨੂੰ 12 ਦੇ ਕੀ ਕਰਤਾ, ਡਿਵਾਈਡ ਕਰਤਾ। ਨਾਲ ਕੀ ਹੈ, ਇਹਨੂੰ ਡਿਵਾਈਡ ਕਰਨ 3 ਨਾਲ, 12 × 12 12 ਦੀ ਹੈ 36, -3 ਬਚ ਗਿਆ। ਤਾਂ -3 ਨੂੰ ਡਿਵਾਈਡ ਕਰਨਾ ਹੈਗਾ 3 ਨਾਲ, -3/3, 3 ਨਾਲ ਕੱਟ ਜੂਗਾ, ਇਹ ਆ ਜਾਊਗਾ -1। ਠੀਕ ਹੈ ਜੀ। ਇਹ ਆਪਣਾ ਹੋ ਗਿਆ ਐਚ ਪਾਰਟ ਸੋਲਵ। ਅੱਗੇ ਆਪਣੇ ਕੋਲ ਆਈ ਪਾਰਟ ਦੇ ਵਿੱਚ ਕੀ ਕਰਨਾ ਆਪਾਂ ਨੇ, -6 ਨੂੰ -6 + 5 ਹੈ, ਬ੍ਰੈਕਟ ਕਲੋਜ਼, ਇਹਨੂੰ ਆਪਾਂ ਡਿਵਾਈਡ ਕਰਨਾ ਹੈ -2 + 1 ਨਾਲ। -6 + 5 ਕਿੰਨਾ ਬਣ ਜੂਗਾ, -1।
डिवाइड करना है -2 + 1 ਨਾਲ ਉਰੇ ਬਣ ਜੂਗਾ -1 -1 ਬਟੇ -1 ਕੀ ਬਣ ਜੂਗਾ 1 ਬਣ ਜੂਗਾ ਚੀਜ਼। ਤਾਂ ਇਸ ਤਰੀਕੇ ਨਾਲ ਆਪਣਾ ਜੇ ਪਾਰਟ ਵੀ ਸੋਲਵ ਹੋ ਗਿਆ। ਤਾਂ ਆਪਣਾ ਕੁਐਸਚਨ ਨੰਬਰ 1 ਕੰਪਲੀਟ ਹੋ ਗਿਆ। ਅੱਗੇ ਆਪਾਂ ਕਰਾਂਗੇ ਕੁਐਸਚਨ ਨੰਬਰ 2। ਹਾਂਜੀ ਕੁਐਸਚਨ 2 ਦੇ ਵਿੱਚ ਕੀ ਹੈ, ਵੈਰੀਫਾਈ ਡੈਟ a ਡਿਵਾਈਡ b + c ਇਹ ਬਰਾਬਰ ਨਹੀਂ ਹੈਗਾ ਕਿਹਦੇ a ਨੂੰ ਪਹਿਲਾਂ ਜੇ b ਨਾਲ ਡਿਵਾਈਡ ਕਰ ਦਈਏ ਫਿਰ ਪਲੱਸ a ਨੂੰ c ਨਾਲ ਡਿਵਾਈਡ ਕਰ ਦਈਏ। ਅਸਲ ਦੇ ਵਿੱਚ ਇਹਨਾਂ ਨੇ ਕੀ ਕੀਤਾ ਹੋਇਆ, ਡਿਸਟਰੀਬਿਊਸ਼ਨ ਪ੍ਰੋਪਰਟੀ ਡਿਵੀਜ਼ਨ 'ਤੇ ਲਗਾਉਣ ਦੀ ਟਰਾਈ ਕੀਤੀ ਹੈ ਇਹਨਾਂ ਨੇ। ਮਤਲਬ ਕਿ ਦੇਖੋ ਇਹਨਾਂ ਨੇ ਕੀ ਆਪਾਂ ਇੱਕ ਆਹ ਪ੍ਰੋਪਰਟੀ ਪੜ੍ਹੀ ਹੈ, a ਨੂੰ ਜਦੋਂ ਆਪਾਂ b + c ਨਾਲ ਗੁਣਾ ਕਰਦੇ ਹਾਂ ਉਹਦੇ ਵਿੱਚ ਆਪਾਂ ਕੀ ਕਰਦੇ ਹੁੰਦੇ ਹਾਂ, ਪਹਿਲਾਂ a ਨੂੰ b ਨਾਲ ਗੁਣਾ ਫਿਰ ਪਲੱਸ a ਨੂੰ c ਨਾਲ ਗੁਣਾ। ਤਾਂ ਇਹ ਪ੍ਰੋਪਰਟੀ ਇਸ ਤਰ੍ਹਾਂ ਲੱਗ ਜਾਂਦੀ ਹੈ ਗੁਣਾ 'ਤੇ, ਪਰ ਜਦੋਂ ਇਹ ਪ੍ਰੋਪਰਟੀ ਆਪਾਂ ਡਿਵਾਈਡ 'ਤੇ ਯੂਜ਼ ਕਰਦੇ ਹਾਂ ਉਦੋਂ ਇਹ ਪ੍ਰੋਪਰਟੀ ਨਹੀਂ ਲੱਗਦੀ। ਮਤਲਬ ਕਿ ਜੇ ਆਪਾਂ a ਨੂੰ ਡਿਵਾਈਡ ਕਰਨਾ b + c ਨਾਲ, ਤਾਂ ਜੇ ਆਪਾਂ a ਨੂੰ ਪਹਿਲਾਂ b ਨਾਲ ਡਿਵਾਈਡ ਕਰ ਦਈਏ ਫਿਰ ਪਲੱਸ a ਨੂੰ c ਨਾਲ ਡਿਵਾਈਡ ਕਰ ਦਈਏ ਤਾਂ ਇਹ ਚੀਜ਼ਾਂ ਬਰਾਬਰ ਨਹੀਂ ਆਉਣਗੀਆਂ। ਠੀਕ ਹੈ ਜੀ, ਇਹ ਚੀਜ਼ ਆਪਾਂ ਦੱਸਣੀ ਹੈ ਇਸ ਕੁਐਸਚਨ ਦੇ ਵਿੱਚ। ਤਾਂ ਹਾਂਜੀ ਦੇਖੋ ਕੁਐਸਚਨ ਨੰਬਰ ਇਹਦਾ a ਪਾਰਟ। ਤਾਂ ਹਾਂਜੀ a ਪਾਰਟ ਦੇ ਵਿੱਚ ਆਪਣੇ ਕੋਲ a ਕਿੰਨਾ ਹੈਗਾ, ਪਹਿਲਾਂ ਆਪਾਂ ਲਿਖ ਦਿਆਂਗੇ ਜੀ ਲੈਫਟ ਹੈਂਡ ਸਾਈਡ ਲਿਖਦੇ ਹਾਂ ਆਪਾਂ। ਉਹਦੇ ਵਿੱਚ ਕੀ ਆ ਆਪਣੇ ਕੋਲ a ਨੂੰ ਡਿਵਾਈਡ ਕਰਨਾ, ਭਾਗ ਕਰਨਾ b + c ਨਾਲ। ਤਾਂ a ਪਾਰਟ ਦੇ ਵਿੱਚ a ਕਿੰਨਾ 12 ਡਿਵਾਈਡ ਐਵੇਂ ਲਿਖ ਲਿਆ ਆਪਾਂ ਨੇ, b ਕਿੰਨਾ -4 ਤੇ c ਕਿੰਨਾ 2। ਤਾਂ ਆ ਜਾਊਗਾ 12 ਨੂੰ ਡਿਵਾਈਡ ਕਰਾਂ -4 + 2 ਇਹ ਆ ਜਾਊਗਾ -2। ਹੁਣ 12 ਨੂੰ ਆਪਾਂ ਨੇ -2 ਨਾਲ ਕੀ ਕਰਨਾ ਹੈ, ਡਿਵਾਈਡ ਕਰਨਾ ਹੈ। 2 × 2 2 × 12 -6/1 ਆਂਸਰ ਆ ਜਾਵੇਗਾ। ਇਹ ਤਾਂ ਹੋ ਗਈ ਆਪਣੇ ਕੋਲ ਲੈਫਟ ਹੈਂਡ ਸਾਈਡ। ਹੁਣ ਆਪਾਂ ਕਰਾਂਗੇ ਰਾਈਟ ਹੈਂਡ ਸਾਈਡ ਨੂੰ ਸੋਲਵ, ਜਿਵੇਂ ਆ ਕੀਤੀ ਹੋਈ ਹੈ ਉਰੇ। ਪਹਿਲਾਂ 12 ਨੂੰ a ਨੂੰ ਭਾਗ ਕਰਨਾ b ਨਾਲ, ਇਹ 12 ਨੂੰ 12 ਡਿਵਾਈਡ ਕਰਨਾ -4 ਨਾਲ, ਫਿਰ 12 ਨੂੰ ਡਿਵਾਈਡ ਕਰਨਾ ਆਪਾਂ ਨੇ 2 ਨਾਲ। 12 ਨੂੰ -4 'ਤੇ ਕਰਾਂਗੇ ਡਿਵਾਈਡ, ਕਿੰਨਾ ਆ ਜਾਊਗਾ 12/-4 ਇਹ ਆ ਜਾਊਗਾ -3। 12 ਨੂੰ 2 ਨਾਲ ਕਰਾਂਗੇ ਡਿਵਾਈਡ, ਕਿੰਨਾ ਆ ਜਾਊਗਾ ਇਹ 6 ਆ ਜਾਊਗਾ। ਤਾਂ -3 + 6 ਕਿੰਨਾ ਆ ਜਾਊਗਾ +3। ਤਾਂ ਆਪਣੀ ਲੈਫਟ ਹੈਂਡ ਸਾਈਡ ਕਿੰਨੀ ਆਈ ਸੀ -6 ਆਈ ਸੀ, ਅਤੇ ਆ ਕਿੰਨੀ ਆ ਗਈ RHS ਕਿੰਨੀ ਆ ਗਈ ਰਾਈਟ ਹੈਂਡ ਸਾਈਡ 3 ਆ ਗਈ। ਤਾਂ ਇਹ ਬਰਾਬਰ ਨਹੀਂ ਹੈਗੇ ਆਪਸ ਦੇ ਵਿੱਚ, ਤਾਂ ਆਪਾਂ ਲਿਖ ਦਾਂਗੇ ਵੀ ਇਹ ਚੀਜ਼ ਬਰਾਬਰ ਨਹੀਂ ਹੈਗੀ। ਇਸ ਕਰਕੇ ਆਹ ਚੀਜ਼ ਕੀ ਹੈ ਆਪਣੇ ਕੋਲ ਟਰੂ ਹੈ, ਇਹ ਚੀਜ਼ ਸੱਚਾਈ ਹੈ, ਸੱਚ ਹੈ। ਠੀਕ ਹੈ ਜੀ। ਅੱਗੇ ਦੇਖੋ ਇਹਦਾ b ਪਾਰਟ ਦੇ ਵਿੱਚ ਸੇਮ ਐਵੇਂ ਹੀ ਹੈ, a ਬਰਾਬਰ -10 ਦੇ ਹੈ, b 1 ਅਤੇ c ਵੀ 1 ਹੈ। ਪਹਿਲਾਂ ਆਪਾਂ a ਨੂੰ ਡਿਵਾਈਡ ਕਰਨਾ ਹੈ b + c ਨਾਲ। ਪਹਿਲਾਂ ਦੇਖੋ ਜੀ ਇਹਦੇ ਵਿੱਚ ਆਪਣੇ ਕੋਲ ਕੀ ਹੈ, ਆਹ ਸੋਲਵ ਕੀਤਾ ਹੋਇਆ ਹੈਗਾ। ਪਹਿਲਾਂ ਆਪਾਂ ਲੈ ਲਈ ਰਾਈਟ ਹੈਂਡ ਸਾਈਡ, ਆਪਾਂ ਨੇ ਦੇਖ ਲਈ a ਡਿਵਾਈਡ b + c। a ਕਿੰਨਾ ਸੀਗਾ -10, b + c ਕਿੰਨਾ ਆ ਜਾਊਗਾ 1 + 1 ਕਿੰਨਾ ਆ ਜਾਊਗਾ 2। ਤਾਂ -10 ਨੂੰ 2 ਨਾਲ ਡਿਵਾਈਡ ਕਰਤਾ, ਕਿੰਨਾ ਆ ਗਿਆ ਜੀ -5। ਬਾਅਦ ਉਦੋਂ ਬਾਅਦ ਹੈਗਾ a ਨੂੰ ਡਿਵਾਈਡ ਕਰਤਾ b ਨਾਲ, -10 ਨੂੰ 1 ਨਾਲ ਡਿਵਾਈਡ ਕਰਤਾ, ਫਿਰ +-10 ਨੂੰ ਫਿਰ 1 ਨਾਲ ਡਿਵਾਈਡ ਕਰਤਾ। ਉਰੇ -10 ਆ ਜਾਊਗਾ, ਉਰੇ ਵੀ -10 ਆ ਜਾਊਗਾ, ਤਾਂ -20 ਬਣ ਗਿਆ ਇਹ। ਪਹਿਲਾਂ -5 ਆਇਆ ਸੀ, ਹੁਣ -20 ਆਇਆ। ਤਾਂ ਇਹ ਬਰਾਬਰ ਨਹੀਂ ਹੈਗੇ, ਲੈਫਟ ਹੈਂਡ ਸਾਈਡ ਨੋਟ ਇਕੁਅਲ ਟੂ ਰਾਈਟ ਹੈਂਡ ਸਾਈਡ। ਠੀਕ ਹੈ ਜੀ। ਤਾਂ ਜੋ ਚੀਜ਼ ਇਹਨਾਂ ਨੇ ਕਹੀ ਸੀ ਉਹ ਚੀਜ਼ ਸਹੀ ਹੈ। ਮਤਲਬ ਕਿ ਇਹ ਪ੍ਰੋਪਰਟੀ ਜਿਹੜੀ ਹੈਗੀ ਹੈ ਡਿਵੀਜ਼ਨ ਦੇ ਵਿੱਚ ਲਾਗੂ ਨਹੀਂ ਹੁੰਦੀ। ਵੰਡ ਪ੍ਰੋਪਰਟੀ ਜਿਹੜੀ ਡਿਸਟਰੀਬਿਊਸ਼ਨ ਪ੍ਰੋਪਰਟੀ ਹੈ ਇਹ ਡਿਵੀਜ਼ਨ ਦੇ ਵਿੱਚ ਇਹ ਲਾਗੂ ਨਹੀਂ ਹੁੰਦੀ ਹੈਗੀ। ਠੀਕ ਹੈ ਜੀ। ਇਹ ਆਪਣਾ ਕੁਐਸਚਨ ਨੰਬਰ 2 ਸੀ। ਅੱਗੇ ਕੁਐਸਚਨ ਨੰਬਰ 3 ਕਰਦੇ ਹਾਂ। ਹਾਂਜੀ ਕੁਐਸਚਨ ਨੰਬਰ 3 ਦੇ ਵਿੱਚ ਕੀ ਹੈ ਆਪਣੇ ਕੋਲ, ਫਿਲਿੰਗ ਦਾ ਬਲੈਂਕਸ, ਖਾਲੀ ਸਥਾਨ ਭਰਨੇ ਨੇ ਆਪਾਂ ਨੇ। ਤਾਂ a ਪਾਰਟ ਦੇ ਵਿੱਚ ਖਾਲੀ ਸਥਾਨ ਕਿੱਥੇ ਹੈ 369, ਇਹਨੂੰ ਡਿਵਾਈਡ ਕਰਨਾ ਹੈ ਕਿਸੇ ਨੰਬਰ ਨਾਲ, ਉਰੇ ਖਾਲੀ ਸਥਾਨ ਆਊ ਡੈਸ਼ ਆਊਗੀ, ਤਾਂ ਕਿੰਨਾ ਆ ਜਾਏ 369 ਆ ਜਾਏ ਦੁਬਾਰਾ। ਤਾਂ ਹੁਣ ਇਹਨੂੰ ਕਿਹਦੇ ਨਾਲ ਡਿਵਾਈਡ ਕਰੀਏ ਵੀ ਆਹੀ ਚੀਜ਼ ਬਣ ਜਾਏ 1 ਨਾਲ। ਠੀਕ ਹੈ ਜੀ। ਤਾਂ ਇਹ ਸੀ ਆਪਣਾ a ਪਾਰਟ। ਅੱਗੇ ਆ ਗਿਆ b ਪਾਰਟ, ਉਰੇ ਵੀ ਡੈਸ਼ ਹੈਗੀ, -75 ਨੂੰ ਕਿਹਦੇ ਨਾਲ ਡਿਵਾਈਡ ਕਰੀਏ ਤਾਂ ਕਿ -1 ਆ ਜਾਏ, ਆਹ ਚੀਜ਼ ਬਣ ਜਾਏ। ਹੁਣ ਆਹ ਚੀਜ਼ ਕਿੰਨੀ ਬਣ ਜੂ +1 ਬਣ ਜੂ। ਆਹ ਚੀਜ਼ ਇੱਕ ਉਰੇ ਧਿਆਨ ਦਿਓ, ਉਰੇ ਕੁਝ ਨਹੀਂ ਹੈਗਾ, ਆਹ ਡੈਸ਼ ਉਰੇ ਹੈ। ਇਹ ਮੈਥ ਦੇ ਵਿੱਚ ਠੀਕ ਹੈ ਜੀ, ਇਹਦੇ ਵਿੱਚ ਥੋੜ੍ਹੀ ਜਿਹੀ ਐਰਰ ਹੈ, ਆਹ ਮਾਈਨਸ ਨਹੀਂ ਹੈਗਾ। ਤਾਂ -75 ਨੂੰ ਕਿਹਦੇ ਨਾਲ ਡਿਵਾਈਡ ਕਰੀਏ ਵੀ -1 ਆ ਜਾਏ।
ਪਹਿਲਾਂ ਤਾਂ ਜੇ ਆਪਾਂ ਨੇ 1 ਲੈ ਕੇ ਆਣਾ ਹੈ, 75 ਨੂੰ 75 ਨਾਲ ਡਿਵਾਈਡ ਕਰਨੀ ਪਊਗੀ। ਹੁਣ ਚੈੱਕ ਕਰੋ ਵੀ -75 ਡਿਵਾਈਡ 75 ਕਰਾਂਗੇ ਕਿ -1 ਆ ਜਾਊਗਾ, 75 1 75 ਤਾਂ -1 ਆ ਗਿਆ, ਮਤਲਬ ਆਪਣਾ ਆਨਸਰ ਕੀ ਹੈ, ਠੀਕ ਹੈ। ਇਹ ਆਪਣਾ ਬੀ ਪਾਰਟ ਸੀ। ਅੱਗੇ ਆ ਗਿਆ ਸੀ ਪਾਰਟ। ਸੀ ਪਾਰਟ ਦੇ ਵਿੱਚ ਕੀ ਕਿਹਾ ਹੈ ਇਹਨਾਂ ਨੇ, -206 ਨੂੰ ਕਿਹਦੇ ਨਾਲ ਡਿਵਾਈਡ ਕਰੀਏ, ਇਹਦੇ ਉਰੇ ਡੈਸ਼ ਹੈ ਸੀ ਪਾਰਟ ਦੇ ਵਿੱਚ, ਕਿਹਦੇ ਨਾਲ ਡਿਵਾਈਡ ਕਰੀਏ ਤਾਂ ਕਿ 1 ਆ ਜੇ। ਹੁਣ ਜਦੋਂ 1 ਲੈ ਕੇ ਆਣਾ ਪਹਿਲਾਂ 206 ਨੂੰ 206 ਨਾਲ ਡਿਵਾਈਡ ਕਰਨੀ ਪਊਗੀ। ਹੁਣ ਉਰੇ ਮਾਈਨਸ ਹੈ, ਜੇ ਆਪਾਂ -206 ਨੂੰ 206 ਨਾਲ ਡਿਵਾਈਡ ਕਰਾਂਗੇ ਤਾਂ 1 ਆ ਜਾਊ, -1 ਆ ਜਾਊਗਾ। ਪਰ ਆਪਾਂ ਨੇ +1 ਲੈ ਕੇ ਆਣਾ ਤਾਂ ਉਰੇ ਵੀ ਮਾਈਨਸ ਚਾਹੀਦਾ ਆਪਾਂ ਨੂੰ, ਤਾਂ ਕਿ ਇਹ ਕੈਂਸਲ ਹੋ ਜਾਣਗੇ, ਤਾਂ ਉਰੇ ਮਾਈਨਸ ਆ ਜਾਊਗਾ। ਤਾਂ ਇਸ ਕਰਕੇ -206 ਦਾ ਕੀ ਹੈ, ਆਨਸਰ ਹੈ। ਇਹ ਤੋਂ ਬਾਅਦ ਆ ਗਿਆ ਜੀ ਡੀ ਪਾਰਟ। ਡੀ ਪਾर्ट जी थोड़ी जी ठीक करने वाली है। क्वेश्चन डी पार्ट पूरा एवें है कि -87 ਨੂੰ ਕਿਹਦੇ ਨਾਲ ਡਿਵਾਈਡ ਕਰੀ, -87 ਨੂੰ ਕਿਹਦੇ ਨਾਲ ਭਾਗ ਕਰੀਏ ਵੀ ਕਿੰਨਾ ਆ ਜੇ, 87 ਆ ਜੇ। ਪਹਿਲਾਂ ਤਾਂ 87 ਤੋਂ ਆਪਾਂ 87 ਲੈ ਕੇ ਆਣਾ, ਤਾਂ ਆਪਾਂ 1 ਨਾਲ ਭਾਗ ਕਰਾਂਗੇ। ਹੁਣ ਮਾਈਨਸ ਉਰੇ ਹੈਗਾ, ਮਾਈਨਸ ਆਪਾਂ ਨੇ ਉਰੇ ਨਹੀਂ ਨਾ ਆਵੇ ਆਪਣੇ ਕੋਲੇ, ਤਾਂ ਇਹਨੂੰ ਮਾਈਨਸ ਨਾਲ ਹੀ ਭਾਗ ਕਰਨੀ ਪਊ, ਤਾਂ ਕਿ ਮਾਈਨਸ ਨਾਲ ਮਾਈਨਸ ਕੈਂਸਲ ਹੋ ਜਾਏ। ਮਤਲਬ ਕਿ -87 ਨੂੰ -1 ਨਾਲ ਭਾਗ ਕਰਾਂਗੇ ਤਾਂ ਹੀ ਆਪਣੇ ਕੋਲ 87 ਆਊਗਾ, ਠੀਕ ਹੈ ਜੀ। ਇਹ ਕੈਂਸਲ ਹੋ ਜਾਣਗੇ ਮਾਈਨਸ ਨਾਲ ਮਾਈਨਸ ਆਪਸ ਦੇ ਵਿੱਚ। ਅੱਗੇ ਦੇਖਾਂਗੇ ਆਪਾਂ ਡੀ ਪਾਰਟ। ਹਾਂਜੀ, ਈ ਪਾਰਟ ਦੇਖੋ ਅੱਗੇ। ਈ ਪਾਰਟ ਦੇ ਵਿੱਚ ਕੀ ਹੈ, ਆਪਣੇ ਕੋਲ ਉਰੇ ਡੈਸ਼ ਆਊਗੀ, ਉਰੇ ਡੈਸ਼ ਹੈ, ਡਿਵਾਈਡ 1 ਇਕੁਅਲ ਟੂ -87 ਦੇ। ਤਾਂ ਕਿਹਨੂੰ 1 ਨਾਲ ਭਾਗ ਕਰੀਏ ਕਿ -87 ਆ ਜਾਏ। ਹੁਣ ਦੇਖੋ ਜੀ ਆਪਾਂ 6 ਨੂੰ 1 ਨਾਲ ਭਾਗ ਕਰਦੇ ਹਾਂ ਤਾਂ 6 ਆ ਜਾਂਦਾ, ਮਤਲਬ ਕਿ 1 ਨਾਲ 1 ਨੂੰ ਇੱਕ ਇਹੋ ਜਿਹਾ ਨੰਬਰ ਹੈ ਜਿਹਦੇ ਨਾਲ ਮਰਜ਼ੀ ਭਾਗ ਕਰ ਦਿਓ ਸੇਮ ਨੰਬਰ ਰਹਿੰਦਾ, ਮਤਲਬ ਕਿ ਜਿਹੜਾ ਕੁਐਸਚਨ ਹੋਊਗਾ ਉਹੀ ਆਨਸਰ ਹੋਊਗਾ। ਜਿਹੜਾ -87 ਆਨਸਰ ਹੈ ਇਹੀ ਆਪਣਾ ਕੁਐਸਚਨ ਹੋਊਗਾ, -87। ਕਿਉਂਕਿ ਕੋਈ ਵੀ ਚੀਜ਼ ਨੂੰ ਆਪਾਂ ਉਹਦਾ 1 ਭਾਗ ਕਰਾਂਗੇ ਤਾਂ ਉਹੀ ਚੀਜ਼ ਆਊ ਦੁਬਾਰਾ। ਜੇ 6 ਨੂੰ 6 ਟੌਫੀਆਂ ਨੇ 1 ਬੱਚੇ ਨੂੰ ਦੇਵਾਂਗੇ ਤਾਂ ਉਹਨੂੰ 6 ਮਿਲਣਗੀਆਂ, ਠੀਕ ਹੈ ਜੀ। ਤਾਂ ਇਸ ਕਰਕੇ -87 ਹੀ ਇਹਦਾ ਆਨਸਰ ਆ ਜਾਊਗਾ। ਅੱਗੇ ਦੇਖੋ ਜੀ ਇਹਦਾ ਜੀ ਪਾਰਟ। ਜੀ ਪਾਰਟ ਦੇ ਵਿੱਚ ਕੀ ਹੈ ਆਪਣੇ ਕੋਲ, ਜੀ ਪਾਰਟ ਦੇ ਵਿੱਚ ਆਪਣੇ ਕੋਲੇ 20 ਨੂੰ ਕਿਹਦੇ ਨਾਲ ਡਿਵਾਈਡ ਕਰੀਏ ਤਾਂ ਕਿ ਆਨਸਰ ਕੀ ਆ ਜੇ, -2 ਆ ਜੇ। ਮਤਲਬ ਕਿ 20 ਨੂੰ ਕਿਹਦੇ ਨਾਲ ਡਿਵਾਈਡ ਕਰੀਏ ਤਾਂ ਕਿ -2 ਆ ਜੇ। ਤਾਂ ਹੁਣ ਦੇਖੋ ਉਰੇ ਕੀ ਆਊਗਾ, ਸਭ ਤੋਂ ਪਹਿਲਾਂ ਤਾਂ ਉਰੇ ਮਾਈਨਸ ਉਰੇ ਹੈਗਾ, ਮਤਲਬ ਉਰੇ ਮਾਈਨਸ ਆਊਗਾ ਹੀ ਆਊਗਾ। ਹੁਣ 20 ਨੂੰ ਕਿਹਦੇ ਨਾਲ ਭਾਗ ਕਰੀਏ ਵੀ 2 ਆ ਜੇ, 10 ਨਾਲ ਭਾਗ ਕਰਾਂਗੇ ਤਾਂ ਕੀ ਬਣ ਗਿਆ -10। ਅੱਗੇ ਦੇਖੋ ਜੀ ਐਫ ਪਾਰਟ। ਤਾਂ ਐਫ ਪਾਰਟ ਦੇ ਵਿੱਚ ਕੀ ਹੈ, ਕਿਹਨੂੰ ਆਪਾਂ ਡਿਵਾਈਡ ਕਰੀਏ ਕਿਹਦੇ ਨਾਲ, 48 ਨਾਲ। ਇਹ ਐਵੇਂ ਐਫ ਪਾਰਟ, ਕਿਹਨੂੰ ਆਪਾਂ ਡਿਵਾਈਡ ਕਰੀਏ 48 ਨਾਲ ਤਾਂ ਕਿ -1 ਆ ਜੇ। ਤਾਂ ਹੁਣ ਕਿਹਦੇ ਨਾਲ ਡਿਵਾਈਡ ਕਰਾਂਗੇ, ਹੁਣ ਦੇਖੋ 1 ਚਾਹੀਦਾ ਆਪਾਂ ਨੂੰ, ਤਾਂ 48 ਨੂੰ 48 ਨਾਲ ਹੀ ਡਿਵਾਈਡ ਕਰਨਾ ਪਊਗਾ ਆਪਾਂ ਨੂੰ। ਪਰ ਹੁਣ ਚਾਹੀਦਾ ਕੀ ਹੈ ਮਾਈਨਸ ਦੇ ਵਿੱਚ, ਤਾਂ ਉਰੇ ਮਾਈਨਸ ਤਾਂ ਹੈ ਨਹੀਂ, ਉਰੇ ਆਪਾਂ ਨੂੰ ਮਾਈਨਸ ਲੈਣਾ ਪਊ, ਤਾਂ ਕਿ -48 ਨੂੰ ਜਦੋਂ ਆਪਾਂ 48 ਨਾਲ ਭਾਗ ਕਰਾਂਗੇ ਤਾਂ ਕਿੰਨਾ ਆ ਜਾਊ, -1 ਆ ਜਾਊ। 48 ਕੈਂਸਲ ਹੋ ਜਾਊਗਾ, ਠੀਕ ਹੈ ਜੀ। ਅੱਗੇ ਦੇਖੋ ਨੈਕਸਟ ਐਚ ਪਾਰਟ। ਹਾਂਜੀ, ਐਚ ਪਾਰਟ ਦੇ ਵਿੱਚ ਕੀ ਹੈ ਆਪਣੇ ਕੋਲ, ਕਿਹਨੂੰ ਆਪਾਂ 4 ਨਾਲ ਡਿਵਾਈਡ ਕਰੀਏ ਤਾਂ ਕਿ -3 ਆ ਜੇ। ਪਹਿਲਾਂ ਤਾਂ ਮਾਈਨਸ ਛੱਡ ਦਿਓ, ਪਹਿਲਾਂ ਆਪਾਂ ਕਿਹਨੂੰ 4 ਨਾਲ ਡਿਵਾਈਡ ਕਰੀਏ ਵੀ 3 ਆ ਜੇ, ਤਾਂ ਕਿੰਨਾ ਆ ਜਾਊਗਾ, ਸੋਚ ਕੇ ਦੇਖੋ। 12 ਨੂੰ 4 ਤੇ ਕਰਾਂਗੇ ਡਿਵਾਈਡ 3 ਆ ਜੂ, ਪਰ ਆਪਾਂ ਨੂੰ ਕੀ ਚਾਹੀਦਾ ਮਾਈਨਸ, ਤਾਂ ਉਰੇ ਕੀ ਲਾ ਦਾਂਗੇ ਮਾਈਨਸ, ਤਾਂ ਕਿ -12 ਨੂੰ ਜਦੋਂ ਆਪਾਂ 4 ਤੇ ਡਿਵਾਈਡ ਕਰਾਂਗੇ 3 ਆ ਜੂ ਮਾਈਨਸ ਦਾ, ਠੀਕ ਹੈ ਜੀ। ਤਾਂ ਕੁਐਸਚਨ ਨੰਬਰ 3 ਪੂਰਾ ਹੋ ਗਿਆ। ਇਸ ਤੋਂ ਬਾਅਦ ਆਪਾਂ ਕਰਾਂਗੇ ਕੁਐਸਚਨ ਨੰਬਰ 4। क्वेश्चन 4 ਦੇ ਵਿੱਚ ਕੀ ਹੈ, ਕਹਿੰਦਾ ਰਾਈਟ 5 ਪੇਅਰ ਆਫ ਇੰਟੀਜਰ। ਆਪਾਂ ਨੇ ਇੰਟੀਜਰ ਲਿਖਣੇ ਨੇ, 5 ਪੇਅਰ ਲਿਖਣੇ ਨੇ, 5 ਜੋੜੇ ਲਿਖਣੇ ਨੇ A ਤੇ B ਦੇ। ਤਾਂ ਜਦੋਂ ਆਪਾਂ ਇਸ ਸੰਖਿਆ ਨੂੰ ਇਹਦੇ ਨਾਲ ਡਿਵਾਈਡ ਕਰਾਂਗੇ, ਮਤਲਬ ਕਿ ਜਦੋਂ ਆਪਾਂ A ਨੂੰ ਡਿਵਾਈਡ ਕਰਾਂਗੇ B ਨਾਲ -3 ਆ ਜੇ। ਕਹਿੰਦਾ ਇੱਕ ਪੇਅਰ 6 ਤੇ -2 ਹੈਗਾ, ਕਿਉਂਕਿ ਜੇ ਆਪਾਂ 6 ਨੂੰ -2 ਤੇ ਡਿਵਾਈਡ ਕਰਾਂਗੇ ਤਾਂ ਕਿੰਨਾ ਉਹ -3 ਆਊਗਾ। ਤਾਂ ਹੁਣ ਆਪਾਂ ਨੇ ਇਸ ਤਰੀਕੇ ਨਾਲ ਹੀ ਪੇਅਰ ਦੇਖਣੇ ਨੇ।
जिन्ने मर्जी पेरे दे बना लो, मतलब कि जे 12 ਨੂੰ -4 ਤੇ डिवाइड कर देंगे ਤਾਂ भी कितना आ जाऊगा -3 आ जाऊ। एक पेर किहड़ा बन गया 12 ਤੇ -4। होर देख लो 15 ਦੇ 5 बन जाऊगा, 15 ਨੂੰ -5 ਨਾਲ डिवाइड करांगे ਤਾਂ भी -3 आ जाऊगा। ਅੱਗੇ 18 ਨੂੰ 6 ਤੇ डिवाइड कर दो ਤਾਂ भी -3 आ जाऊगा। 18 ਨੂੰ -6 ਦੇ ਭਾਗ ਕਰਾਂਗੇ ਤਾਂ ਇਸ ਤਰੀਕੇ ਨਾਲ ਆਪਣੇ 3 पेयर बन जाएंगे। ठीक है जी। तो क्वेश्चन नंबर 4 सिर्फ इन्ना की है। ठीक है जी, सिंपल क्वेश्चन है बिल्कुल। अगे देखेंगे आप क्वेश्चन नंबर 5। हाँ जी, क्वेश्चन नंबर 5 ਦੇ ਵਿੱਚ ਕੀ ਹੈ ਆਪਣੇ ਕੋਲ, ਪੜ੍ਹ ਨੂੰ ਚੰਗੀ ਤਰ੍ਹਾਂ। द ਟੈਂਪਰੇਚਰ ਐਟ ਨੂਨ, ਨੂਨ मतलब ਹੁੰਦਾ ਦੁਪਹਿਰੇ 12 ਵਜੇ। ਕਿੰਨਾ ਜਿਹੜਾ 12 ਵਜੇ ਦੁਪਹਿਰੇ ਤਾਪਮਾਨ ਸੀ ਕਿੰਨਾ ਸੀ, 10 ਡਿਗਰੀ 10 ਡਿਗਰੀ ਸੈਲਸੀਅਸ ਅਬਵ ਜ਼ੀਰੋ। ਕਹਿੰਦਾ 0 ਤੋਂ 10 ਡਿਗਰੀ ਉੱਪਰ ਸੀ। ਆ ਮੰਨ ਲਓ ਆਪਣੇ ਕੋਲ 0 ਹੈ, ਇਦੋਂ 10 ਡਿਗਰੀ ਉੱਪਰ ਸੀ ਟੈਂਪਰੇਚਰ। ਕਿੱਥੇ ਸੀ ਟੈਂਪਰੇਚਰ, ਉਰੇ ਸੀਗਾ ਦੁਪਹਿਰੇ 12 ਵਜੇ 12 PM। ਤਾਂ ਉਸ ਤੋਂ ਬਾਅਦ ਇਫ ਇਟ ਇਜ਼ ਡਿਕਰੀਜ਼ਡ, ਇਹਦਾ ਮਤਲਬ ਹੁੰਦਾ ਵੀ ਘਟਣਾ, ਇਹ ਘਟ ਰਿਹਾ 2 ਡਿਗਰੀ ਸੈਲਸੀਅਸ ਘਟ ਰਿਹਾ ਪਰ ਆਰ। 1 ਘੰਟੇ ਦੇ ਵਿੱਚ 2 ਡਿਗਰੀ ਸੈਲਸੀਅਸ ਘਟ ਰਿਹਾ। ਦੇਖੋ ਜੇਕਰ ਤਾਪਮਾਨ ਅੱਧੀ ਰਾਤ ਤੱਕ 2 ਡਿਗਰੀ ਸੈਲਸੀਅਸ ਪ੍ਰਤੀ ਘੰਟੇ ਦੀ ਦਰ ਨਾਲ ਘਟਦਾ ਹੋਵੇ, ਮਤਲਬ ਕਿ 1 ਘੰਟੇ ਦੇ ਵਿੱਚ 2 ਡਿਗਰੀ ਸੈਲਸੀਅਸ ਤਾਪਮਾਨ ਡਿਕਰੀਜ਼ ਹੋ ਰਿਹਾ, ਅੱਧੀ ਰਾਤ ਤੱਕ ਹੋਊਗਾ ਇਹ 12 ਵਜੇ ਤੱਕ ਐਟ ਮਿਡਨਾਈਟ। ਐਟ ਵਟ ਟਾਈਮ, ਕਹਿੰਦਾ ਕਿੰਨੇ ਵਜੇ ਜਿਹੜਾ ਟੈਂਪਰੇਚਰ ਹੈ ਉਹ 8 ਡਿਗਰੀ ਸੈਲਸੀਅਸ ਬਿਲੋ ਹੋ ਜਾਊਗਾ 0 ਤੋਂ, ਮਤਲਬ ਕਿ ਉਰੇ ਪਹੁੰਚ ਜਾਊਗਾ ਇਸ ਪੁਆਇੰਟ 'ਤੇ -8 'ਤੇ। ਕਿੰਨੇ ਟਾਈਮ 'ਤੇ ਵੀ 8 ਡਿਗਰੀ ਬਿਲੋ 0, ਮਤਲਬ ਕਿ 0 ਤੋਂ ਥੱਲੇ ਹੋ ਜਾਊਗਾ। ਠੀਕ ਹੈ ਜੀ। ਤਾਂ ਹੁਣ ਦੇਖੋ, ਤਾਂ ਆਪਣੇ ਕੋਲ ਟੈਂਪਰੇਚਰ ਪਹਿਲਾਂ ਕਿੰਨਾ ਸੀਗਾ 10, ਪਹਿਲੇ ਘੰਟੇ ਦੇ ਵਿੱਚ ਕਿੰਨਾ ਘਟ ਗਿਆ 2 ਘਟ ਗਿਆ, 8 ਤੇ ਆ ਗਿਆ, ਫਿਰ 6 ਤੇ ਆ ਗਿਆ, ਫਿਰ 4 ਤੇ ਆ ਗਿਆ, ਫਿਰ 2 ਤੇ, ਫਿਰ 0 ਤੇ, ਫਿਰ -2 ਤੇ, -4 ਤੇ, -6 ਤੇ, ਤੇ -8 ਤੇ। ਤਾਂ ਕਿੰਨੇ ਘੰਟੇ ਹੋ ਗਏ ਚੈੱਕ ਕਰ ਲਓ, 1 2 3 4 5 6 7 8 9 ਘੰਟੇ। ਤਾਂ 9 ਘੰਟੇ ਹੋ ਗਏ ਪੂਰੇ। ਤਾਂ ਮਤਲਬ ਕਿ 12 ਵਜੇ ਆਪਾਂ ਚੱਲੇ ਸੀ, 12 ਵਜੇ ਦੁਪਹਿਰੇ ਤੋਂ 9 ਘੰਟੇ ਅੱਗੇ ਜਾਵਾਂਗੇ ਤਾਂ ਰਾਤ ਦੇ 9 ਵੱਜ ਜਾਣਗੇ। ਤਾਂ ਇਹ ਬਣ ਜਾਊਗਾ 9 PM 9 PM। ਤਾਂ ਆਪਾਂ ਇਹਨੂੰ, ਜੇ ਆਪਾਂ ਇਹਦਾ ਹੋ ਗਿਆ ਨੰਬਰ ਲਾਈਨ ਨਾਲ ਆਪਾਂ ਇਹਨੂੰ ਸੋਲਵ ਕਰ ਲਿਆ। ਜੇ ਆਪਾਂ ਇਹਨੂੰ ਮੈਥਮੈਟਿਕਲੀ ਫਾਰਮ ਨਾਲ ਸੋਲਵ ਕਰਨਾ ਹੋਵੇ ਤਾਂ ਆਪਾਂ ਕਿਵੇਂ ਕਰ ਸਕਦੇ ਹਾਂਗੇ। ਤਾਂ ਦੇਖੋ 1 ਘੰਟੇ ਵਿੱਚ ਟੈਂਪਰੇਚਰ ਕਿੰਨਾ ਘਟ ਰਿਹਾ ਹੈਗਾ 2 ਡਿਗਰੀ ਸੈਲਸੀਅਸ। ਆਪਾਂ ਨੇ ਕਿੱਥੇ ਤੱਕ ਲੈ ਕੇ ਆਏ -8 ਤੇ ਲੈ ਕੇ ਆਏ ਨਾ, 10 ਤੋਂ ਲੈ ਕੇ ਆਪਾਂ ਜਾਣਾ ਹੈ -8 ਤੱਕ। ਤਾਂ ਕਿੰਨਾ ਅੰਤਰ ਹੋ ਗਿਆ ਇਹਨਾਂ ਦੇ ਵਿੱਚ 18। 18 ਟੈਂਪਰੇਚਰ ਘਟੂਗਾ, ਕਿੰਨੇ ਟਾਈਮ 'ਚ ਘਟੂਗਾ। ਤਾਂ ਦੇਖੋ 2 ਡਿਗਰੀ ਸੈਲਸੀਅਸ ਘਟ ਰਿਹਾ ਹੈਗਾ 1 ਘੰਟੇ ਦੇ ਵਿੱਚ। ਆਪਾਂ ਉਹ ਲਿਖ ਲੈਂਦੇ ਹਾਂ 2 ਡਿਗਰੀ ਸੈਲਸੀਅਸ ਘਟ ਰਿਹਾ 1 ਘੰਟੇ ਦੇ ਵਿੱਚ। ਆਪਾਂ ਕਿੰਨਾ ਘਟਾਉਣਾ 18 ਡਿਗਰੀ। 1 ਡਿਗਰੀ ਸੈਲਸੀਅਸ ਕਿੰਨੇ ਘੰਟੇ 'ਚ ਘਟ ਜਾਊਗਾ, ਫਿਰ ਅੱਧੇ ਘੰਟੇ ਦੇ ਵਿੱਚ ਘਟ ਜਾਊਗਾ। ਆਪਾਂ ਘਟਾਉਣਾ 18 ਡਿਗਰੀ ਸੈਲਸੀਅਸ। ਤਾਂ 18 ਡਿਗਰੀ ਸੈਲਸੀਅਸ ਕਿੰਨੇ 'ਚ ਘਟੂਗਾ 18 ਗੁਣਾ 1/2 9 ਘੰਟੇ ਦੇ ਵਿੱਚ 9 ਆਵਰਸ। ਤਾਂ ਇਹਨੂੰ ਤੁਸੀਂ ਵੈਸੇ ਵੀ ਸੋਚੋ ਕਿ 2 ਡਿਗਰੀ ਜਿਹੜਾ ਸੈਲਸੀਅਸ ਟੈਂਪਰੇਚਰ ਹੈ ਉਹ 1 ਘੰਟੇ 'ਚ ਘਟਦਾ। 4 ਡਿਗਰੀ 'ਚ ਘਟਾਵਾਂਗੇ ਤਾਂ 2 ਘੰਟੇ ਦੇ ਵਿੱਚ, 6 ਡਿਗਰੀ 3 ਘੰਟੇ ਦੇ ਵਿੱਚ, 8 ਡਿਗਰੀ 4 ਘੰਟੇ ਦੇ ਵਿੱਚ, 10 ਡਿਗਰੀ 5 ਘੰਟੇ ਦੇ ਵਿੱਚ। ਤਾਂ ਮਤਲਬ ਅੱਧ ਹੋ ਰਿਹਾ ਉਹਦਾ। ਤਾਂ 18 ਡਿਗਰੀ ਘਟੂਗਾ 9 ਘੰਟੇ ਦੇ ਵਿੱਚ। ਤਾਂ ਮਤਲਬ 9 ਘੰਟੇ ਲੱਗਣਗੇ। 12 ਦੁਪਹਿਰ ਤੋਂ ਲੈ ਕੇ 9 ਵਜੇ ਤੱਕ 9 ਘੰਟੇ ਲਾਵਾਂਗੇ ਤਾਂ ਰਾਤ ਦੇ 9 ਵੱਜ ਜਾਣਗੇ। ਤਾਂ ਅੱਗੇ ਕੀ ਪੁੱਛਿਆ ਇਹਨਾਂ ਨੇ, ਵਟ ਵੁੱਡ ਬੀ ਦਾ ਟੈਂਪਰੇਚਰ ਐਟ ਮਿਡਨਾਈਟ, ਮਤਲਬ ਕਿ 12 ਵਜੇ ਟੈਂਪਰੇਚਰ ਕਿੰਨਾ ਹੋ। ਹਾਂਜੀ, ਅੱਗੇ ਕੀ ਪੁੱਛਿਆ ਇਹਨਾਂ ਨੇ, ਕਹਿੰਦਾ ਵਟ ਵੁੱਡ ਬੀ ਦਾ ਟੈਂਪਰੇਚਰ ਐਟ ਮਿਡਨਾਈਟ। ਤਾਂ 12 ਵਜੇ ਰਾਤ ਨੂੰ ਕਿੰਨਾ ਟੈਂਪਰੇਚਰ ਹੋਊਗਾ। ਹੁਣ ਦੇਖੋ ਦੁਪਹਿਰ ਦੇ 12 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ 24 ਘੰਟੇ ਹੋ ਗਏ। ਤਾਂ 1 ਘੰਟੇ ਦੇ ਟੈਂਪਰੇਚਰ ਕਿੰਨਾ ਡਿੱਗਦਾ 2 ਡਿਗਰੀ। ਤਾਂ 24 'ਚ ਕਿੰਨਾ ਗਿਰ ਜੂਗਾ 24 ਗੁਣਾ 2 48 ਡਿਗਰੀ ਸੈਲਸੀਅਸ। ਜੇ 48 ਡਿਗਰੀ ਟੈਂਪਰੇਚਰ ਗਿਰ ਜੂਗਾ ਤਾਂ ਟੈਂਪਰੇਚਰ ਪਹਿਲਾਂ ਕਿੰਨਾ ਸੀਗਾ, ਸੌਰੀ 12 ਘੰਟੇ ਹੋਏ ਨੇ ਉਰੇ। 12 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ 12 ਘੰਟੇ ਹੋ ਗਏ, ਦੁਪਹਿਰ ਦੇ 12 ਤੋਂ ਰਾਤ ਦੇ 12 ਤੱਕ। ਤਾਂ 12 ਘੰਟਿਆਂ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ ਕਿੰਨਾ ਗਿਰ ਜੂਗਾ 24 ਡਿਗਰੀ ਡਿੱਗ ਜੂਗਾ। ਤਾਂ 12 ਘੰਟਿਆਂ ਦੇ ਵਿੱਚ ਡਿੱਗ ਜੂਗਾ ਇਹ 24 ਡਿਗਰੀ ਸੈਲਸੀਅਸ ਟੈਂਪਰੇਚਰ। ਹੁਣ ਟੈਂਪਰੇਚਰ ਪਹਿਲਾਂ ਕਿੰਨਾ ਸੀਗਾ 10 ਡਿਗਰੀ ਸੈਲਸੀਅਸ ਸੀਗਾ ਉੱਪਰ 0 ਤੋਂ। ਹੁਣ ਇਹ 'ਚੋਂ 24 ਘਟਾ ਦਾਂਗੇ, 10 ਡਿਗਰੀ 'ਚੋਂ 24 ਘਟਾ ਦਾਂਗੇ ਤਾਂ ਇਹ ਆ ਜਾਊਗਾ -14 ਡਿਗਰੀ। ਤਾਂ 14 ਡਿਗਰੀ ਇਹ ਬਿਲੋ ਹੋ ਜਾਊਗਾ 0 ਤੋਂ। ਜੇ ਆਪਾਂ ਉਰੋਂ ਦੇਖਾਂਗੇ ਨੰਬਰ ਲਾਈਨ ਤੋਂ ਤਾਂ ਇਹ 8 ਡਿਗਰੀ ਬਿਲੋ ਹੋ ਗਿਆ ਸੀਗਾ ਆਪਣੇ ਕੋਲ 9 ਘੰਟਿਆਂ ਦੇ ਵਿੱਚ। ਅਗਲੇ ਦੇ ਵਿੱਚ ਹੋ ਜਾਊਗਾ ਇਹ -10। ਉਦੋਂ ਬਾਅਦ 'ਚ
-12 उदू बाद -14 अगे 3 घंटे होर हो गए। 9 घंटे पहला सी 3 घंटे होर हो गए 12 घंटे हो गए 12 कितने होगा -14 के होगा। तो इस तरीके आप कर सकते हैं, दो तरीके ग्राफ नाल भी कर सकते हैं मैथमैटिकल भी कर सकते। बार बार देखनी पसंद ये वीडियो तो सानू समझ लगूगी ये, ठीक है जी। ਜਿਹੜੇ ਬੱਚਿਆਂ ਨੂੰ थोड़ा ਜਿਹਾ मैथ ਦੀ दिक्कत आती है बार बार देखो इस वीडियो ਨੂੰ। तो अगे देखो जी क्वेश्चन नंबर नैक्सट क्वेश्चन देखो इस बाद क्वेश्चन नंबर 6। हाँ जी देखो क्वेश्चन नंबर 6 ਦੇ ਵਿੱਚ ਕੀ ਹੈ ਆਪਣੇ ਕੋਲ, इन्हें क्लास टेस्ट कहना क्लास ਦੇ ਵਿੱਚ ਕੋਈ ਟੈਸਟ ਹੈਗਾ, ਉਹਦੇ ਵਿੱਚ ਕੀ ਹੈ ਕਹਿੰਦਾ +3 ਮਾਰਕਸ मतलब कि 3 नंबर मिलणगे आर गिवन फॉर एवरी करैक्ट आंसर, ਜਿਹੜਾ आंसर सही होगा सही जवाब 3 नंबर मिलणगे एंड -2 मार्क्स आर गिवन फॉर एवरी इनकरैक्ट आंसर, ਜਿਹੜਾ आंसर गलत हो जाए -2 नंबर मिलणगे मतलब नंबर ਉਹਦੇ ਕੱਟੇ ਜਾਣਗੇ। एंड नो मार्क्स फॉर नॉट अटैम्पटिंग एनी क्वेश्चन, जो क्वेश्चन बंदे ने किया ही नहीं हैगा तो वो किन्ने मिलणगे 0 मार्क्स, कोई नहीं मिलता। मतलब कि जो बंदे ने क्वेश्चन करता वो ठीक हो गया तो वो 3 नंबर मिलणगे, जे उन्हें क्वेश्चन करते तो गलत हो गया तो 2 नंबर कट्टे जाएंगे, जिन्हें किया ही नहीं है फिर उन्होंने 0 मिलो मतलब कुछ भी नहीं मिलता है। तो ये चीज़ है जी, जिमें MCQ आपके अपने जो आम तौर पर MCQ होंगे ने वो भी होंगे है नैगेटिव मार्किंग बोलिया जाता है। तो ए पार्ट के की है राधिका स्कोर 20 मार्क्स, कहता राधिका के किन्ने स्कोर आए हैं 20 मार्क्स आए हैं। इफ शी हैज़ गॉट 12 करैक्ट आंसर, कहता वो जी कहता 12 आंसर सही ने, तो हाउ मैनी क्वेश्चनस हैज़ शी अटैम्प्टेड इनकरैक्टली, तो उन्हें कहता गलत किन्ने किते होंगे। हुण देखो आप मान लाँगे भी गलत क्वेश्चन किन्ने करते उन्हें N करते, N क्वेश्चन उन्हें गलत करते, तो हुण जो नंबर किन्ने आए एंड दे विच 20 नंबर आए हैं उहदे। हुण उन्हें ठीक किन्ने किते ने 12 के किन्ने नंबर मिलणगे उन्हें 3 नंबर मिलणगे, मतलब कि उन्हें 36 नंबर तो उन्हें मिल गए, पर वो एंड च नंबर किन्ने रह गए 20 नंबर रह गए वो एंड दे विच। दोबारा समझो वो 12 क्वेश्चन तो ठीक सी, जे क्वेश्चन सही होंदा है तो वो किन्ने नंबर मिलते 3 नंबर, मतलब कि वो 12 क्वेश्चन जो ठीक कर दिता वो किन्ने नंबर हो जाते 12 गुणा 3 36 नंबर, पर वो नंबर किन्ने बाकी रह गए 20 रह गए सिर्फ। 20 क्यों रह गए क्योंकि वो कुछ जवाब गलत होंगे, तो किन्ने नंबर वो कट्टे गए 16 नंबर कट्टे गए वो। जे 16 नंबर कट्टे गए तो मतलब कि वो एक क्वेश्चन में 2 नंबर कट्टे जाते हैं, -2 मिलते थे जो क्वेश्चन गलत सीगा, हुण 16 नंबर कट्टे गए तो 16 नंबर कट्टे जाने करके एक दे पिछे 2 कट्टे जाते हैं तो वो 8 क्वेश्चन गलत होंगे, तो 8 आंसर आ जाऊगा भी वो 8 आंसर की हो गए गलत हो गए। आ सारा किया होया सॉल्व इन तुसीं कॉपी ते लिख सकते होगे। जिमें कि आ देखो कहता उन्होंने कहता एक सही जवाब के किन्ने मिलते थे 3 अंक, वो 12 आंसर ठीक थे तो उन्होंने किन्ने मिल गए 3 गुणा 12 बराबर 36 अंक मिल गए, पर वो स्कोर किन्ने आए हैं 32, मतलब कि 36 तो 20 स्कोर रह गए वो 36 अंक तो 20 स्कोर रह गए सिर्फ, मतलब किन्ने नंबर कट्टे गए 16। वो कट्टे क्यों जाने क्योंकि वो आंसर गलत होंगे, तो किन्ने आंसर गलत होंगे क्योंकि 16 के विचों सिर्फ एक क्वेश्चन जो गलत तो 2 नंबर कट्टे जाते हैं, जो 2 क्वेश्चन गलत होगा 4 नंबर कट्टे जाएंगे। इस तरीके आप चैक कर सकते हैं जो 16 स्कोर घटते हैं कट्टे गए हैं तो वो 8 क्वेश्चन की होंगे रॉन्ग होंगे, तो 8 क्वेश्चन उन्होंने गलत अटैम्प्ट किए हुए हैं, ठीक है जी। 16 नंबर उन्होंने माइनस दे विच मिले हैं। हाँ जी क्वेश्चन नंबर 7 देखो ये की है एक एलीवेटर है, एलीवेटर मतलब लिफ्ट, वो थल्ले जाती है 6 मीटर 1 मिनट के विच, मतलब कि 1 मिनट के विच वो 6 मीटर थल्ले जाती है। जे आप ऐ लिखांगे भी 6 मीटर थल्ले जाती है 1 मिनट के विच, तो 1 मीटर थल्ले जाऊगी वो 1/6 मिनट के विच। हुण उन्होंने की कहा कहना भी कहना 10 मीटर उपर है ग्राउंड के, आ मान लो ग्राउंड है ये तो 10 मीटर उपर है, तो कहता हाउ लॉन्ग विल इट टेक, कहना कितना समा लूगी ग्राउंड तो 350 मीटर नीचे जाना, मतलब कि -350 से पहुँचने का, आ -350 हो गया, तो कहना उरे पहुँचने वास्ते कितना समा लूगी। पहला 10 मीटर ये उपर सी, हुण 350 मीटर ये इन्हें थल्ले पहुँचना, उरे पहुँचना 350 मीटर उरे तो लैके उरे तक, तो इन्हें कुल कितनी दूरी तय करनी है 360 मीटर। तो 360 मीटर वास्ते आप टाइम पता करना है कितना जाऊगी। 1 मिनट के थले जाती सी 6 मीटर, आप कह सकते भी 6 मीटर थले भागी मशीन 1 मिनट के विच,
ਤਾਂ 1 ਮੀਟਰ ਥੱਲੇ ਜਾਊਗੀ ਇਹ 1/6 ਮਿੰਟ ਦੇ ਵਿੱਚ ਆਪਾਂ ਪਤਾ ਕਰਨਾ 360 ਮੀਟਰ ਦਾ, ਤਾਂ ਇਹ ਜਾਊਗੀ 360 ਨੂੰ 1/6 ਤੇ ਕੀ ਕਰ ਦਾਂਗੇ ਡਿਵਾਈਡ 6 × 6 6 × 6 = 36 60 60 ਮਿੰਟ ਦੇ ਵਿੱਚ ਜਿਹੜੀ ਲਿਫਟ ਹੈ ਇਹ 350 ਮੀਟਰ ਥੱਲੇ ਪਹੁੰਚ ਜੂਗੀ, ਕਿਉਂਕਿ ਇਹਨੇ 360 ਮੀਟਰ ਟੋਟਲ ਟਰੈਵਲ ਹੋ ਜੂਗਾ, ਪਹਿਲਾਂ 10 ਮੀਟਰ ਉੱਪਰ ਸੀ। ਠੀਕ ਹੈ ਜੀ, ਤਾਂ ਇਹਦਾ ਆਨਸਰ ਆ ਜਾਊਗਾ 60 ਮਿੰਟ ਮਤਲਬ ਕਿ 1 ਘੰਟਾ। ਤਾਂ ਇਹਦੇ ਨਾਲ ਹੀ ਆਪਣਾ ਚੈਪਟਰ ਨੰਬਰ 7 ਕੰਪਲੀਟ ਹੋ ਗਿਆ, ਸੌਰੀ ਚੈਪਟਰ ਨੰਬਰ 1 ਕੰਪਲੀਟ ਹੋ ਗਿਆ। ਠੀਕ ਹੈ ਜੀ, ਥੈਂਕ ਯੂ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ।